ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਮਰੱਥਵੀਰ ਸਿੰਘ ਤੇ ਅੱਜ ਮੈਂ ਆਪਣਾ ਪਹਿਲਾ ਵਲੌਗ ਬਣਾਉਣ ਦਿਆਂ। ਅੱਜ ਆਪਾਂ ਜਾ ਰਹੇ ਹਾਂ ਮੌਂਟਰੀਅਲ ਤੋਂ ਓਟਾਵਾ ਤੇ ਉੱਥੋਂ ਗਾਂ ਜਾਣਾ ਆਪਾਂ ਨਿਊ ਬਰੰਸਵਿਕ। ਮੇਰੀ ਇੱਕ ਫਰੈਂਡ ਆ ਵੀ ਇੰਡੀਆ ਤੋਂ ਹੀ ਆ, ਵੀ ਬਚਪਨ ਤੋਂ ਇਕੱਠੇ ਹੀ ਖੇਡਦੇ ਰਹੇ ਆ, ਵੀ ਅਸੀਂ ਨੇਬਰਸ ਹੁੰਦੇ ਸੀ ਤੇ ਉਹਦੀ ਪੜ੍ਹਾਈ ਖਤਮ ਹੋ ਗਈ ਆ ਤੇ ਉਹਨੂੰ ਨਿਊ ਬਰੰਸਵਿਕ ਛੱਡ ਕੇ ਆਉਣਾ ਵਾ। ਉੱਥੇ ਮੂਵ ਹੋ ਰਹੀ ਆ ਆਪਣੀ ਜੋ ਵੀ ਆਪਾਂ ਕਹਿੰਦੇ ਆ PR ਦੇ ਪ੍ਰੋਸੈਸ ਲਈ, ਹੈ ਨਾ। ਤੇ ਮੈਂ ਹੁਣ ਪਹਿਲਾਂ ਮੌਂਟਰੀਅਲ ਤੋਂ ਓਟਾਵਾ ਜਾਣਾ, ਉੱਥੋਂ ਉਹਨੂੰ ਪਿਕ ਕਰਕੇ ਉੱਥੇ ਘੜੀ ਆਪਾਂ ਰੈਸਟ ਕਰਾਂਗੇ, ਫਿਰ ਆਪਾਂ ਸ਼ਾਮ ਨੂੰ ਉੱਥੋਂ ਚੱਲਾਂਗੇ ਵੀ ਰਾਤੋਂ ਰਾਤ ਆਪਾਂ ਨਿਊ ਬਰੰਸਵਿਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਾਕੀ ਉਮੀਦ ਕਰਦਾ ਵੀ ਤੁਹਾਨੂੰ ਮੇਰਾ ਵਲੌਗ ਪਸੰਦ ਆਊਗਾ। ਕੋਸ਼ਿਸ਼ ਤੇ ਮੇਰੇ ਵੱਲੋਂ ਇਹੋ ਪੂਰੀ ਆ ਵੀ ਮੈਂ ਵਧੀਆ ਬਣਾ ਲਾਂ। ਵੀ ਪਹਿਲੀ ਵਾਰ ਬਣਾਉਣ ਜਾ ਰਿਹਾ, ਵੀ ਮੈਂ ਬੜੇ ਵਲੌਗਰਸ ਨੂੰ ਬੜੇ ਟਾਈਮ ਤੋਂ ਵੇਖਣ ਦਿਆਂ। ਆਪਣਾ ਪੰਜਾਬੀ ਵਲੌਗਰ ਵੀਰ ਹੋ ਗਿਆ ਆਪਣਾ, ਫਿਰ ਆਪਣਾ ਇੱਕ ਪੇਂਡੂ ਕੈਨੇਡੀਅਨ ਵੀਰ ਜੀ ਆਪਣੇ ਤੋਂ, ਮਤਲਬ ਕਾਫੀ ਵੱਡੇ ਆ, ਵੀ ਮੈਂ ਤਾਂ ਚਲੋ ਜੇ ਛੋਟਾ ਹੀ ਆ, ਕਾਫੀ ਵੱਡੇ ਆ ਆਪਣੇ ਤੋਂ। ਉਹਨਾਂ ਦੇ ਵਲੌਗ ਵੇਖ ਕੇ ਕਾਫੀ ਸਿੱਖਿਆ ਮੈਂ। ਤੇ ਮੈਂ ਕਾਫੀ ਚਿਰ ਦਾ ਟਰਾਈ ਕਰਨ ਦਿਆ ਵੀ ਮੈਂ ਕਿਸੇ ਟੌਪਿਕ ਤੇ ਵਲੌਗ ਬਣਾਵਾਂ, ਪਰ ਮੈਨੂੰ ਕੋਈ ਟੌਪਿਕ ਮਿਲਣ ਨਹੀਂ ਦਿਆ ਸੀ। ਕਿਉਂਕਿ ਮੈਂ ਜਦੋਂ ਵੀ ਕੋਈ ਬਣਾਉਣ ਦੀ ਸੋਚਦਾ ਸੀ ਵੀ ਮੈਂ ਇਹ ਸੋਚਦਾ ਵੀ ਯਾਰ ਆ ਵੀ ਬਣਾਇਆ ਹੀ ਆ ਸਾਰਿਆਂ ਨੇ, ਆ ਵੀ ਬਣਾਇਆ ਹੀ ਸਾਰਿਆਂ ਨੇ। ਫਿਰ ਮੈਨੂੰ ਅੱਜ ਮਿਲਿਆ ਵੀ ਮੈਂ ਅੱਜ ਸ਼ੁਰੂਆਤ ਕਰ ਸਕਦਾ ਮੈਂ ਆਪਣੇ ਵਲੌਗਿੰਗ ਦੀ। ਤੇ ਹੁਣ ਮੈਂ ਮੌਂਟਰੀਅਲ ਤੋਂ ਚੱਲ ਪਿਆ ਵਾਂ, ਇੱਥੋਂ 2 ਘੰਟੇ ਦੀ ਡਰਾਈਵ ਆ ਓਟਾਵਾ ਦੀ। ਫਿਰ ਓਟਾਵਾ ਤੋਂ ਆਪਾਂ ਸ਼ਾਮ ਨੂੰ ਚੱਲਾਂਗੇ ਤੇ ਬਾਕੀ ਰਸਤੇ 'ਚ ਘੈਂਟ ਸੀਨਰੀਆਂ ਆਉਂਦੀਆਂ ਵਾ, ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ। ਚਲੋ ਬਈ ਅੱਗੇ ਚੱਲਦੇ ਹਾਂ ਤੇ ਵੇਖਦੇ ਹਾਂ ਕੀ ਹੁੰਦਾ, ਮਿਲਦੇ ਆ ਫਿਰ ਆਪਾਂ। ਲਓ ਵੀ ਮਿੱਤਰੋ, ਆਪਾਂ ਹੁਣ ਓਟਾਵਾ ਤੋਂ ਮੂਵ ਕਰਨ ਲੱਗੇ ਆ। ਟਾਈਮ ਇੱਥੇ ਹੋ ਗਿਆ ਵਾ 6:45 ਸ਼ਾਮ ਦੇ, ਤੇ ਗੱਡੀ ਆਪਾਂ ਲੋਡ ਕਰ ਲਈ ਆ ਸਮਾਨ ਨਾਲ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੀ, ਸਾਰੀ ਗੱਡੀ ਸਮਾਨ ਨਾਲ ਲੋਡ ਕਰ ਲਈ ਆ। ਹੁਣ ਇੱਥੋਂ ਤੁਰਦੇ ਆ ਆਪਾਂ। ਇੱਥੋਂ ਨਿਊ ਬਰੰਸਵਿਕ ਦੀ ਡਰਾਈਵ ਹੈਗੀ ਆ ਤਕਰੀਬਨ 10 ਘੰਟੇ ਦੀ, 9 ਘੰਟੇ 50 ਮਿੰਟ ਮੈਪ ਵਿਖਾ ਰਿਹਾ ਵਾ। ਮਤਲਬ ਆਪਾਂ ਤਕਰੀਬਨ 11:30-12 ਘੰਟੇ 'ਚ ਪਹੁੰਚਾਂਗੇ ਸਟੇ ਟੂ ਲੈ ਕੇ, ਰਸਤੇ 'ਚ 1-2 ਸਟੇ ਲੈ ਕੇ। ਤੇ ਬਾਕੀ ਅੱਗੇ ਤੁਹਾਨੂੰ ਰਸਤੇ 'ਚ ਦੱਸਦੇ ਹਾਂ ਕੀ ਹੁੰਦਾ ਵਾ। ਹੁਣ ਆਪਾਂ ਇੱਥੇ ਤੁਰਨ ਲੱਗੇ ਹਾਂ। ਆਹ ਗੱਡੀ ਆਪਣੀ, ਸਮਾਨ ਸਾਰਾ ਲੋਡ ਹੋ ਗਿਆ ਵਿੱਚ। ਆ ਵਿੱਚ ਬਾਰੀਆਂ ਤੁਰਨੀਆਂ ਪਈਆਂ ਸਾਰੀਆਂ, ਤੁਹਾਨੂੰ ਇੱਧਰੋਂ ਵੀ ਵਿਖਾਉਣਾ ਮੈਂ। ਆਹ ਦੇਖੋ ਉੱਤੇ ਤੱਕ ਸਾਰਾ ਮਸਾਂ ਹੀ ਡਿੱਗੀ ਬੰਦ ਕੀਤੀ। ਮੈਂ ਨਾ ਕੁੜੀਆਂ ਕੋਲ ਇੰਨਾ ਸਮਾਨ, ਇਹਨਾਂ ਸਾਡੇ 3 ਮੁੰਡੇ ਕੋਲ ਸਮਾਨ ਨਹੀਂ ਜਿੰਨਾ ਇੱਕ ਕੁੜੀ ਕੋਲ ਆ ਇੱਥੇ। ਚਲੋ ਅੱਗੇ ਵਿਖਾਉਂਦੇ ਤੁਹਾਨੂੰ। ਆਹ ਦੇਖੋ ਅੰਦਰ ਭਰਿਆ ਪਿਆ ਅੰਦਰ ਸਾਰਾ। ਬਸ 1.5 ਜਾਣੇ ਦੇ ਬਹਿਣ ਦੀ ਜਗ੍ਹਾ ਹੈਗੀ ਆ, ਇੱਕ ਮੈਂ ਅੱਧੀ ਉਹ। ਚਲੋ ਅੱਗੇ ਮਿਲਦੇ ਆ ਤੁਹਾਨੂੰ ਤੇ ਗਾਂ ਦਾ ਵਿਖਾਉਂਦੇ ਆ ਕੀ ਪ੍ਰੋਗਰਾਮ ਬਣਦਾ। ਲਵ ਯੂਸ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੁਣ ਮੈਂ ਨਿਊ ਬਰੰਸਵਿਕ ਤੋਂ ਵਾਪਸ ਜਾ ਰਿਹਾ ਮੌਂਟਰੀਅਲ। ਜਦੋਂ ਮੈਂ ਸਵੇਰੇ ਨਿਊ ਬਰੰਸਵਿਕ ਪਹੁੰਚਿਆ ਵੀ ਕਾਫੀ ਥੱਕ ਚੁੱਕੇ ਸੀ, ਤਕਰੀਬਨ ਵੀ 10-11 ਘੰਟੇ ਲਗਾਤਾਰ ਡਰਾਈਵ ਕੀਤਾ। ਮੈਂ ਕਿਤੇ ਰਸਤੇ 'ਚ ਰੁਕਿਆ ਨਹੀਂ ਕਿਉਂਕਿ ਨੀਂਦ ਨਹੀਂ ਆਈ। ਮੈਂ ਕਿਹਾ ਚੱਲ ਰੁਕਣ ਦੀ ਲੋੜ ਵੀ ਕੀ ਆ, ਬਸ ਇੱਕ ਜਗ੍ਹਾ ਤੇਲ ਭਰਾਇਆ, ਇੱਕ ਜਗ੍ਹਾ ਤੋਂ ਆਪਾਂ ਆਪਣੀ ਕਾਫੀ ਚੱਕੀ, ਨਾਲ ਕੁਝ ਖਾਧਾ ਪੀਤਾ ਥੋੜ੍ਹਾ ਜਿਹਾ, ਉਹ ਵੀ ਡਰਾਈਵ ਥਰੂ ਚੱਕ ਕੇ ਆਪਾਂ ਲਗਾਤਾਰ ਆ ਗਏ। ਤੇ ਇੱਥੇ ਆਏ, ਬਾਰਡਰ ਕ੍ਰਾਸ ਕੀਤਾ, ਸਵੇਰੇ ਘਰੇ ਪਹੁੰਚੇ ਤਕਰੀਬਨ 7-7:30 ਦੇ ਕਰੀਬ। ਫਿਰ ਉਦੋਂ ਮਤਲਬ ਥੱਕ ਕੇ ਨਾ ਚੁੱਕੇ ਸੀ, ਫਿਰ ਵਲੌਗ ਬਣਾਉਣ ਦਾ ਦਿਲ ਵੀ ਨਹੀਂ ਕੀਤਾ ਤੇ ਵਾਹ ਵੀ ਨਹੀਂ ਹੈਗੀ ਸੀ ਵੀ ਵਲੌਗ ਬਣਾਈਏ ਹੁਣ। ਫਿਰ ਬਸ ਰੈਸਟ ਵਗੈਰਾ ਕੀਤੀ, ਚੇਂਜ ਕੀਤਾ, ਫਰੈਸ਼ ਹੋ ਕੇ ਖਾ ਪੀ ਕੇ ਹੁਣ ਵਾਪਸ ਮੈਂ ਚੱਲ ਪਿਆ ਵਾਂ। ਤੇ ਇਸ ਵਕਤ ਨਿਊ ਬਰੰਸਵਿਕ 'ਚ ਟਾਈਮ ਹੋ ਗਿਆ ਵਾ 7:52, ਜੋ ਕਿ ਮੌਂਟਰੀਅਲ ਟੋਰਾਂਟੋ ਵਾਲੀ ਸਾਈਡ ਹਜੇ ਹੋਇਆ ਹੋਊਗਾ 6:52। ਜੋ ਮੈਨੂੰ ਅੱਜ ਹੀ ਮਤਲਬ ਪਤਾ ਹੋਊਗਾ ਬਹੁਤ ਲੋਕਾਂ ਨੂੰ, ਪਰ ਮੈਨੂੰ ਸੀਰੀਅਸਲੀ ਅੱਜ ਪਤਾ ਲੱਗਾ ਹੈ ਕਿ ਨਿਊ ਬਰੰਸਵਿਕ ਦਾ ਵੀ ਟਾਈਮ ਜ਼ੋਨ ਡਿਫਰੈਂਸ ਆ ਮੌਂਟਰੀਅਲ ਵਾਲੀ ਸਾਈਡ ਤੋਂ 1 ਘੰਟੇ ਦਾ। ਸੋ 1 ਘੰਟੇ ਦਾ ਡਿਫਰੈਂਸ ਆ। ਤੇ ਜਿਹੜੀ ਮੇਨ ਗੱਲ ਆ, ਜਦੋਂ ਤੁਸੀਂ ਕਿਤੇ ਵੀ ਆਉਂਦੇ ਜੇ ਮੌਂਟਰੀਅਲ ਤੋਂ ਟੋਰਾਂਟੋ, ਓਟਾਵਾ, ਬਰੈਂਪਟਨ ਜਾਂ ਕੈਲਗਰੀ ਵਾਲੀ ਸਾਈਡ ਕਿਤੇ ਵੀ ਆਉਂਦੇ ਜੇ ਤੁਸੀਂ, ਜਦੋਂ ਤੁਸੀਂ ਨਿਊ ਬਰੰਸਵਿਕ ਐਂਟਰ ਕਰਦੇ ਜੇ ਬਾਏ ਰੋਡ, ਇੱਥੇ ਜਦੋਂ ਨਿਊ ਬਰੰਸਵਿਕ ਦੇ ਬਾਰਡਰ ਤੇ ਤੁਸੀਂ ਐਂਟਰ ਕਰੋਗੇ ਨਾ, ਤੇ ਉਹਨਾਂ ਜਦੋਂ ਤੁਸੀਂ ਆਪਣੇ ਆਉਣ ਤੋਂ ਪਹਿਲਾਂ ਹੀ
ਇੱਕ ਆਨਲਾਈਨ ਫਾਰਮ ਹੁੰਦਾ ਉਹਨਾਂ ਦਾ, ਐਂਟਰੀ ਫਾਰਮ ਲਾ ਲਓ ਜਾਂ ਲਾ ਲਓ ਵੀ ਪਰਮਿਸ਼ਨ ਫਾਰਮ ਆ ਵੀ ਆਪਾਂ ਉਹਨਾਂ ਤੋਂ ਪਰਮਿਸ਼ਨ ਲੈਣੀ ਹੁੰਦੀ ਆ ਵੀ ਅਸੀਂ ਨਿਊ ਬਰੰਸਵਿਕ ਆਉਣਾ ਵਾ ਤੇ ਅਸੀਂ ਆਹ ਕਾਰਨ ਕਰਕੇ ਆਉਣਾ ਵਾ ਤੇ ਅਸੀਂ ਜੋ ਵੀ ਉਹਨਾਂ ਨੂੰ ਦੱਸਣਾ ਹੁੰਦਾ ਵਾ। ਜਿਵੇਂ ਮੇਰੀ ਫਰੈਂਡ ਨੇ ਇੱਥੇ ਪੱਕੀ ਮੂਵ ਹੋਣਾ ਸੀ, ਉਹਦਾ ਆਪਾਂ ਭਰਿਆ ਫਾਰਮ ਵੀ ਇਹਦੀ 2-3 ਇੰਟਰਵਿਊਜ਼ ਆ 3 ਹਫ਼ਤੇ ਤੋਂ ਬਾਅਦ, ਤੇ ਹੁਣ ਜਾ ਕੇ ਇਹਨੇ 2 ਹਫ਼ਤੇ ਕੁਆਰੰਟਾਈਨ ਕਰਨਾ ਵਾ। ਉਸ ਤੋਂ ਬਾਅਦ ਫਿਰ ਇੰਟਰਵਿਊਜ਼ ਦਊਗੇ ਆਪਣੇ, ਇਸ ਕਰਕੇ ਅਸੀਂ 3 ਵੀਕ ਪਹਿਲਾਂ ਆ ਗਏ ਆ। ਤੇ ਮੇਰਾ ਇਹ ਭਰਿਆ ਸੀ, ਅਸੀਂ ਰੀਜ਼ਨ ਭਰਿਆ ਸੀ ਮੇਰਾ ਅਦਰ, ਕਿਉਂਕਿ ਮੈਂ ਉਹਨੂੰ ਜਸਟ ਡ੍ਰੌਪ ਕਰਕੇ ਵਾਪਸ ਚਲਾ ਜਾਣਾ ਸੀ। ਤੋ ਇੱਕ ਮੇਕ ਸ਼ੋਰ ਕਰੋ ਕਿ ਤੁਸੀਂ ਆਪਣਾ ਫਾਰਮ ਭਰੋ ਆਨਲਾਈਨ, ਤੇ ਕਦੀ ਵੇਖ ਨਾ ਕਿਉਂਕਿ ਅਸੀਂ ਰੂਮ ਰੈਂਟ ਕੀਤਾ ਵਾ ਉੱਥੇ, ਐਂ ਕੀਤਾ ਵਾ। ਕਿਉਂਕਿ ਜੇ ਤੁਸੀਂ ਕਹੋ ਵੀ ਅਸੀਂ ਹਾਂ ਰੂਮ ਰੈਂਟ ਕੀਤਾ ਹੋਇਆ ਵਾ ਉੱਥੇ, ਤਾਂ ਆਫਿਸਰ ਤੁਹਾਨੂੰ ਕਹੂਗਾ ਵੀ ਮੈਨੂੰ ਲੀਜ਼ ਵਿਖਾਓ। ਹੁਣ ਕਈ ਵਿੱਚ ਇਹ ਵੀ ਕਹਿਣਗੇ ਵੀ ਓਨਰ ਬਿਨਾਂ ਟੈਨੈਂਟ ਨੂੰ ਮਿਲੇ, ਟੈਨੈਂਟ ਨੂੰ ਵੇਖੇ ਲੀਜ਼ ਕਿਵੇਂ ਸਾਈਨ ਕਰਾ ਦਿੰਦਾ। ਨਿਊ ਬਰੰਸਵਿਕ 'ਚ ਆਪਣੇ ਮੌਂਟਰੀਅਲ ਜਾਂ ਬਰੈਂਪਟਨ ਵਾਂਗੂ ਹੈਗਾ ਨੇ ਵੀ ਮਿਲ ਕੇ ਲੀਜ਼ ਸਾਈਨ ਕਰਨੀ ਆ। ਇੱਥੇ ਜਸਟ ਵਾ ਵੀ ਡੈਮੇਜ ਡਿਪੋਜ਼ਿਟ ਜਿਹੜਾ ਹੁੰਦਾ ਵਾ, ਵੀ ਜੋ ਵੀ ਡੈਮੇਜ ਵਗੈਰਾ ਹੈ ਨਾ, ਡੈਮੇਜ ਡਿਪੋਜ਼ਿਟ ਹੁੰਦਾ ਵਾ, ਉਹ ਦੋ ਓਨਰ ਨੂੰ, ਓਨਰ ਤੁਹਾਨੂੰ ਲੀਜ਼ ਬਣਾ ਕੇ ਮੇਲ ਵੀ ਕਰ ਦਿੰਦਾ ਵਾ। ਆਨਲਾਈਨ ਅੱਜ ਕੱਲ੍ਹ ਅਪਾਰਟਮੈਂਟ ਲੱਭ ਹੀ ਜਾਂਦੇ, ਘਰ ਲੱਭ ਹੀ ਜਾਂਦੇ ਆ, ਸਾਰਿਆਂ ਨੂੰ ਪਤਾ। ਤੇ ਅਸੀਂ ਕਿਹਾ ਵੀ ਉੱਥੇ ਸਾਡਾ ਫਰੈਂਡ ਆ ਇੱਕ, ਤੇ ਇਹਨੇ ਉੱਥੇ ਉਹਦੇ ਕੋਲ ਕਮਰਾ ਖਾਲੀ ਆ ਨਾ ਫਰੈਂਡ ਕੋਲ, ਤੇ ਇਹਨੇ ਉਹਦੇ ਕੋਲ ਐਜ਼ ਅ ਗੈਸਟ ਰਹਿਣਾ ਵਾ 14 ਦਿਨ, ਜਿੰਨਾ ਚਿਰ ਇਹਨੇ ਕੁਆਰੰਟਾਈਨ ਕਰਨਾ ਵਾ। ਉਸ ਤੋਂ ਬਾਅਦ ਫਿਰ ਆਪਣਾ ਰੂਮ ਕਿਤੇ ਵੇਖੂਗੀ, ਜੇ ਇਹਨੂੰ ਉਹੀ ਪਲੇਸ ਪਸੰਦ ਆਏ ਫਿਰ ਉਹ ਹੀ ਆਪਣੀ ਲੀਜ਼ ਤੇ ਕਰਾ ਲੂਗੀ, ਉਹਨੂੰ ਉਹੀ ਰੈਂਟ ਤੇ ਲੈ ਲੂਗੀ ਰੂਮ, ਨਹੀਂ ਤੇ ਫਿਰ ਆਪਣਾ ਕੋਈ ਦੇਖ ਲੂਗੀ ਰੂਮ ਜਿੱਥੇ ਇਹਨੇ ਰਹਿਣਾ ਹੋਇਆ। ਤੇ ਇਹ ਬੜੇ ਸਟ੍ਰਿਕਟ ਰੂਲਸ ਆ ਇੱਥੇ ਇਹਨਾਂ ਦੇ, ਵੀ ਇਹਨਾਂ ਕੀਤਾ ਹੋਇਆ ਵੀ ਜੇ ਤੁਸੀਂ ਕੁਆਰੰਟਾਈਨ ਨਹੀਂ ਕਰਦੇ ਹਨਾ, ਵੀ ਕੋਈ ਆ ਗਿਆ ਬਾਰਡਰ ਪਾਰ ਕਰ ਗਿਆ ਵੀ ਹਾਂ ਕਿਹਾ ਵੀ ਅਸੀਂ ਕੁਆਰੰਟਾਈਨ ਕਰਾਂਗੇ 14 ਦਿਨ, ਅਸੀਂ ਬਾਰਡਰ ਪਾਰ ਕਰ ਲਿਆ, ਤੁਸੀਂ ਕਹਿੰਦਾ ਵੀ ਬਾਰਡਰ ਤੇ ਪਾਰ ਕਰ ਲਿਆ, ਹੁਣ ਕਿਹੜਾ ਕਿਸੇ ਨੇ ਚੈੱਕ ਕਰਨਾ ਆ ਕੇ ਪਿੱਛੇ ਕਿਹੜੇ ਨੂੰ ਪਤਾ ਲੱਗਾ ਨਹੀਂ ਚੱਲ ਜਾਂਦੇ ਬਾਹਰ। ਪਰ ਇਸ ਤਰ੍ਹਾਂ ਬਿਲਕੁਲ ਨਹੀਂ ਆ। ਮੈਂ ਉੱਥੇ ਜਿਹੜਾ ਮੇਰਾ ਫਰੈਂਡ ਆ ਉਹ ਮੈਨੂੰ ਦੱਸ ਰਿਹਾ ਸੀ ਵੀ 1-2 ਕੇਸਿਸ 'ਚ ਹੋਇਆ ਵਾ ਵੀ ਕਈਆਂ ਨੂੰ ਵਾਪਸ ਘੱਲਤਾ ਤੇ ਵਾਪਸ ਭੇਜਿਆ ਵਾ, ਫਾਈਨ ਤੇ ਚੱਲ ਕਿਸੇ ਨੂੰ ਨਹੀਂ ਪਿਆ, ਵਾਪਸ ਭੇਜਤਾ ਤੇ ਘਰੇ ਆ ਕੇ ਪੁਲਿਸ ਚੈੱਕ ਕਰਦੀ ਆ ਵੀ ਹਾਂ ਵੀ ਜਿਹੜਾ ਬੰਦਾ ਉੱਥੇ ਸਾਨੂੰ ਇਹ ਐਡਰੈਸ ਦੱਸ ਕੇ ਆਇਆ ਉਹ ਇਸੇ ਐਡਰੈਸ ਤੇ ਹੈਗਾ ਵਾ ਤੇ ਕੁਆਰੰਟਾਈਨ ਕਰ ਰਿਹਾ ਨਾ, ਸੈਲਫ ਆਈਸੋਲੇਸ਼ਨ 'ਚ ਹੈਗਾ ਵਾ ਨਾ, ਉਹ ਚੈੱਕ ਕਰਦੇ ਆ ਕੇ। ਜੇ ਤੁਸੀਂ ਕੁਆਰੰਟਾਈਨ ਨਹੀਂ ਕਰ ਰਹੇ, ਤੁਸੀਂ ਬਾਹਰ ਘੁੰਮਦੇ ਕਿਤੇ ਫੜੇ ਜਾਂਦੇ ਜੇ, ਤੇ ਤੁਹਾਨੂੰ ਵਾਪਸ ਵੀ ਭੇਜ ਸਕਦੇ ਆ, ਤੇ ਮੋਸਟ ਕੀ ਆ ਵੀ ਤੁਹਾਨੂੰ $1.5 ਲੱਖ ਦਾ ਫਾਈਨ ਵੀ ਹੋ ਸਕਦਾ ਵਾ। ਇਹ ਸਭ ਤੋਂ ਵਰਸਟ ਪਾਰਟ ਆ, ਤੁਸੀਂ ਪੈਨਲਾਈਜ਼ਡ ਵੀ ਹੋ ਸਕਦੇ ਜੇ $1.5 ਲੱਖ ਲਈ। ਸੋ ਜਿਹੜੇ ਵੀ ਮੇਰੇ ਵੀਰ ਭਰਾ ਭੈਣਾਂ ਆ ਰਹੇ ਨੇ ਨਿਊ ਬਰੰਸਵਿਕ, ਨੋਵਾ ਸਕੋਸ਼ੀਆ, PEI, ਸੋ ਆਪਣਾ ਧਿਆਨ ਨਾਲ ਆਇਓ। ਹੁਣ ਮੈਂ ਵਾਪਸ ਮੌਂਟਰੀਅਲ ਨੂੰ ਜਾ ਰਿਹਾ, ਇੱਥੋਂ 8 ਘੰਟੇ ਦੀ ਡਰਾਈਵ ਆ ਮੌਂਟਰੀਅਲ ਦੀ, 806 ਕਿਲੋਮੀਟਰ ਦੀ। ਕੋਸ਼ਿਸ਼ ਤੇ ਮੇਰੀ ਇਹੋ ਹੋਇਆ ਵੀ ਵੈਸੇ ਮੈਂ ਸੌਂ ਲਿਆ ਆਪਣਾ 3-4 ਘੰਟੇ, ਹੁਣ ਨੀਂਦ ਬਿਲਕੁਲ ਨਹੀਂ ਆ ਰਹੀ। ਕੋਸ਼ਿਸ਼ ਤੇ ਇਹ ਵੀ ਜਿੰਨਾ ਚਿਰ ਨੀਂਦ ਨਹੀਂ ਆਈ ਡਰਾਈਵ ਕਰੀ ਜਾਵਾਂਗੇ। ਕੋਸ਼ਿਸ਼ ਤੇ ਮੇਰੀ ਇਹ ਵੀ ਮੈਂ ਰਾਤ ਦੇ 4 ਵਜੇ ਦੇ ਕਰੀਬ ਮੈਂ ਪਹੁੰਚ ਜਾਣਾ, ਤੇ ਲਗਾਤਾਰ ਡਰਾਈਵ ਕਰਕੇ ਬਾਅਦ ਜਿੱਥੇ ਤੇਲ ਪਵਾਉਣ ਦੀ ਲੋੜ ਹੈ ਤੇਲ ਪਵਾ ਕੇ ਆਪਾਂ ਗੈਸ ਭਰਾ ਕੇ ਕੰਟੀਨਿਊ ਡਰਾਈਵ ਕਰੀ ਜਾਵਾਂਗੇ। ਤੇ ਮੈਂ ਬਾਕੀ ਤੁਹਾਨੂੰ ਬਾਕੀ ਅਪਡੇਟ ਦਿੰਦਾ ਰਹੂੰਗਾ ਵੀ ਜੇ ਕੋਈ ਹੋਰ ਅਪਡੇਟ ਹੈਗੀ ਆ। ਤੇ ਚਲੋ ਬਈ, ਬਾਕੀ ਦਾ ਫਿਰ ਆਪਾਂ ਮੌਂਟਰੀਅਲ ਪਹੁੰਚ ਕੇ ਜਾਂ ਜੇ ਰਸਤੇ 'ਚ ਕਿਤੇ ਰੁਕਦੇ ਆ ਕੋਈ ਹੋਰ ਅਪਡੇਟ ਹੁੰਦੀ ਆ, ਨਹੀਂ ਤਾਂ ਮੌਂਟਰੀਅਲ ਪਹੁੰਚ ਕੇ ਮੋਸਟ ਪ੍ਰੋਬੇਬਲੀ ਤੁਹਾਨੂੰ ਦੱਸਦੇ ਆ ਵੀ ਕੀ ਹੁੰਦਾ ਹੋਰ। ਓਕੇ ਜੀ। ਹਾਂਜੀ ਮਿੱਤਰੋ, ਅੱਜ ਹੋ ਗਈ ਆ 16 ਸਤੰਬਰ ਤੇ ਟਾਈਮ ਹੋ ਗਿਆ 12:50। ਮੈਂ ਘਰੇ ਆ ਗਿਆ ਵਾਂ। ਮੈਂ ਰਾਤੀ ਪਹੁੰਚ ਗਿਆ ਸੀ ਘਰੇ ਤਕਰੀਬਨ 2:45 ਵਜੇ, ਤੇ ਲੰਘ ਜਾ ਫਿਰ ਰਾਤੀ ਮੈਂ ਸੋ ਲਿਆ, ਤੇ ਹੁਣ ਸਵੇਰੇ ਉੱਠ ਕੇ ਨਹਾ ਧੋ ਕੇ ਆਪਣਾ ਚਾਹ ਪਾਣੀ ਛਕ ਕੇ ਤੇ ਮੈਂ ਗੱਡੀ ਵਾਪਸ ਕਰਨ ਚੱਲਿਆ। ਗੱਡੀ ਰੈਂਟਲ ਕੀਤੀ ਸੀ ਆਪਾਂ ਜਾਣ ਲਈ, ਕਿਉਂਕਿ ਸਮਾਨ ਜ਼ਿਆਦਾ ਸੀ ਮੇਰੇ ਕੋਲ ਸੀ ਰਹਿਣਾ, ਤੇ ਆਪਾਂ SUV ਰੈਂਟਲ ਕੀਤੀ ਸੀ ਵੀ ਸਮਾਨ ਸੌਖਾ ਆ ਜਾਊਗਾ। ਵਾਪਸ ਕਰਨ ਜਾ ਰਹੇ ਹਾਂ, ਤੇ ਹੁਣ ਮੈਂ ਜਿੰਨਾ ਚਿਰ ਮੈਨੂੰ ਜਾਣ ਟਾਈਮ ਲੱਗਣਾ ਉੱਥੇ 10 ਮਿੰਟ ਮੈਂ ਆਪਾਂ ਛੇਤੀ ਤੁਹਾਨੂੰ ਦੱਸ ਦੇਣਾ ਵੀ ਬਾਰਡਰ ਤੇ ਕੀ ਹੁੰਦਾ ਵਾ ਨਿਊ ਬਰੰਸਵਿਕ ਦੇ ਬਾਰਡਰ ਤੇ। ਜਦੋਂ ਤੁਸੀਂ ਜਾਣਾ ਵਾ ਨਿਊ ਬਰੰਸਵਿਕ ਦਾ ਬਾਰਡਰ ਐਂਟਰ ਕਰੋਗੇ, ਉੱਥੇ ਆਫੀਸਰਸ ਖਲੋਤੇ ਹੋਣਗੇ। ਪਹਿਲਾਂ ਇੱਕ ਆਫੀਸਰਸ ਖਲੋਤੇ ਹੋਣਗੇ 2
ਥੋੜਾ ਜਿਹਾ ਪਿੱਛੇ, ਜਸਟ ਲਾ ਲਓ ਕਿ ਮੇਨ ਐਂਟਰੈਂਸ ਤੋਂ 100 ਮੀਟਰ ਪਿੱਛੇ। ਉਹਨਾਂ ਤੁਹਾਨੂੰ ਪੁੱਛਣਾ ਵਾ ਵੀ ਹਾਂਜੀ ਤੁਸੀਂ ਕਿੱਥੇ ਜਾ ਰਹੇ ਜੀ, ਆਪਾਂ ਆਬਵੀਅਸਲੀ ਕਹਿਣਾ ਵੀ ਨਿਊ ਬਰੰਸਵਿਕ ਜਾ ਰਹੇ ਹਾਂ, ਤੇ ਉਹਨਾਂ ਕਹਿਣਾ ਵੀ ਕਿਉਂ ਜਾ ਰਹੇ, ਫਿਰ ਤੁਹਾਨੂੰ ਪੁੱਛਣਗੇ ਵੀ ਵਾਈ ਆਰ ਯੂ ਗੋਇੰਗ ਦੇਅਰ। ਸੋ ਜਸਟ ਜੋ ਵੀ ਜਿਹੜਾ ਵੀ ਤੁਹਾਡਾ ਕਾਰਨ ਹੈ ਜਾਣ ਦਾ, ਵੀ ਤੁਸੀਂ ਮੂਵ ਹੋ ਰਹੇ ਹੋ ਜਾਂ ਕਿਸੇ ਨੂੰ ਮਿਲਣ ਜਾ ਰਹੇ ਹੋ ਜਾਂ ਕਿਸੇ ਨੂੰ ਛੱਡਣ ਜਾ ਰਹੇ ਹੋ ਜਾਂ ਕਿਸੇ ਨੂੰ ਲੈਣ ਜਾ ਰਹੇ ਹੋ, ਉਹਨਾਂ ਨੂੰ ਉਹ ਦੱਸ ਦੇਣਾ ਵਾ ਉੱਥੇ। ਉਹ ਦੱਸ ਕੇ ਵੀ ਅਸੀਂ ਮੂਵ ਹੋ ਰਹੇ ਹਾਂ, ਆਉਂਦੇ ਫਿਰ ਤੁਹਾਨੂੰ ਪੁੱਛਣਗੇ ਵੀ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਕੀਤੀ ਹੋਈ ਆ। ਜੇ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਕੀਤੀ ਹੋਈ ਆ, ਉਹਨਾਂ ਕਹਿਣਾ ਓਕੇ ਜਸਟ ਗੋ ਇਨ ਡੈਟ ਲੇਨ, ਜਿਹੜੀ ਵੀ ਲੇਨ ਫ੍ਰੀ ਹੋਏਗੀ। ਜੇ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਉੱਥੇ ਇੱਕ ਫਾਰਮ ਦੇਣਗੇ, ਤੇ ਆਪਾਂ ਉਹ ਫਾਰਮ ਭਰ ਕੇ ਫਿਰ ਆਪਾਂ ਅੱਗੇ ਲੇਨ 'ਚ ਜਾਣਾ ਵਾ। ਜੋ ਆਪਾਂ ਔਨਲਾਈਨ ਭਰਨਾ ਹੁੰਦਾ ਉਹੀ ਆਪਾਂ ਉਹ ਫਾਰਮ 'ਚ ਭਰਨਾ ਹੁੰਦਾ। ਬਾਈ ਚਾਂਸ ਲੜ ਵੀ ਕਈਆਂ ਨੂੰ ਨਹੀਂ ਪਤਾ ਹੁੰਦਾ ਰਜਿਸਟ੍ਰੇਸ਼ਨ ਕਰਨੀ ਆ, ਜਿਵੇਂ ਕਿ ਮੇਰਾ ਇੱਕ ਫਰੈਂਡ ਪਹਿਲਾਂ ਗਿਆ ਸੀ, ਉਹਨੂੰ ਨਹੀਂ ਪਤਾ ਸੀ ਰਜਿਸਟ੍ਰੇਸ਼ਨ ਕਰਨੀ ਆ, ਉਹਨੇ ਫਾਰਮ ਭਰਿਆ ਸੀ ਉੱਥੇ ਜਾ ਕੇ, ਤਾਂ ਉਹਨੇ ਮੈਨੂੰ ਦੱਸਤਾ ਸੀ ਰਜਿਸਟ੍ਰੇਸ਼ਨ ਕਰਨੀ ਆ। ਸੋ ਅਸੀਂ ਹੁਣ ਗਏ ਸੀ ਤੇ ਅਸੀਂ ਰਜਿਸਟ੍ਰੇਸ਼ਨ ਕਰ ਲਈ ਸੀ ਔਨਲਾਈਨ ਹੀ। ਤੇ ਜਦੋਂ ਅੱਗੇ ਜਾਵਾਂਗੇ, ਅੱਗੇ ਆਫਿਸਰ ਪੁੱਛੂਗਾ ਵੀ ਹਾਂਜੀ ਆਪਣਾ ਰਜਿਸਟ੍ਰੇਸ਼ਨ ਕੀਤੀ ਔਨਲਾਈਨ, ਤੇ ਹਾਂਜੀ ਕੀਤੀ ਆ, ਆਪਣਾ ਰੈਫਰੈਂਸ ਨੰਬਰ ਦਿਓ। ਫਿਰ ਉੱਥੇ ਇੱਕ ਆਪਣਾ ਰੈਫਰੈਂਸ ਨੰਬਰ ਆਉਂਦਾ, ਅਸੀਂ ਦੋਵਾਂ ਨੇ ਆਪਣਾ ਰੈਫਰੈਂਸ ਨੰਬਰ ਦੱਸਿਆ ਉਹਨਾਂ ਨੂੰ, ਫਿਰ ਉਹਨਾਂ ਨੇ ਔਨਲਾਈਨ ਟੈਬਲੇਟ 'ਚ ਭਰਿਆ ਰੈਫਰੈਂਸ ਨੰਬਰ ਆਪਣਾ, ਤੇ ਸਿਸਟਮ 'ਚ ਭਰਿਆ। ਉਹਨਾਂ ਨੂੰ ਕੋਲ ਸਾਰੀ ਇਨਫੋਰਮੇਸ਼ਨ ਆ ਗਈ ਸਾਡੀ, ਵੀ ਨਾਮ ਕੀ ਆ, ਕਿੱਥੋਂ ਆਏ ਆ, ਕਿਹੜੇ ਐਡਰੈਸ ਤੇ ਜਾਣਾ ਇਹਨਾਂ ਨੇ। ਫਿਰ ਜਸਟ ਉਹਨਾਂ ਨੇ ਕਨਫਰਮ ਕੀਤਾ ਵੀ ਮੈਨੂੰ ਆਦੇ ਵੀ ਯੈਸ ਮਿਸਟਰ ਸਿੰਘ ਵਾਟਸ ਯੂਰ ਫੋਨ ਨੰਬਰ। तो जो फोन नंबर मैं ऑनलाइन भरिया सी ना अपना, उन्होंने अपना फोन नंबर दसता भी यार दिस है मेरा फोन नंबर है, आंदे ओके यार दैट्स राइट। फिर उन्होंने मेरी फ्रेंड ने पूछा भी हाँ तुसी केड़े एड्रैस ते जाना, उन्हें दसता भी मैं आ एड्रैस ते जाना, मैं एड्रैस दा दसता सारा कुछ पर दस के, ते उन्हें कहा भी यार दैट्स राइट इट्स मैचेस द रिकॉर्ड। फिर उन्हें पूछा भी कारण की है तुहाडा जान दा, तो मैं कहा भी ये मेरी कज़न है, तो ਇਹਦੇ ਡੈਡ ਨੇ ਮੈਨੂੰ ਕਾਲ ਕੀਤੀ ਵੀ ਇਹਨੇ ਉੱਥੇ ਮੂਵ ਹੋਣਾ ਤੇ ਤੂੰ ਮੈਨੂੰ ਇਹਨੂੰ ਛੱਡ ਆ। ਤੋ ਡੈਟਸ ਵਾਈ ਮੈਂ ਬਸ ਇਹਨੂੰ ਛੱਡਣ ਜਾ ਰਿਹਾ, ਉੱਥੇ ਮੂਵ ਹੋ ਰਹੀ ਆ। ਤੇ ਇਹਦਾ ਫਰੈਂਡ ਆ ਉੱਥੇ, ਇਹਨੇ ਉਹਦੇ ਕੋਲ ਐਜ਼ ਅ ਗੈਸਟ ਰਹਿਣਾ ਵਾ 14 ਡੇਜ਼ ਫॉर ਸੈਲਫ ਆਈਸੋਲੇਸ਼ਨ ਐਂਡ ਕੁਆਰੰਟਾਈਨ। ਉਹਦੇ ਕੋਲ ਕੁਆਰੰਟਾਈਨ ਕਰਕੇ 14 ਡੇਜ਼, ਫਿਰ ਉਸ ਤੋਂ ਬਾਅਦ ਇਹਦੀ ਇੰਟਰਵਿਊ ਆ। ਜੇ ਇਹਨੂੰ ਉਹ ਰੂਮ ਪਸੰਦ ਆਏ ਉਸੇ ਰੂਮ 'ਚ ਕੰਟੀਨਿਊ ਕਰੂਗੀ ਰਹਿਣਾ, ਨਹੀਂ ਤੇ ਕੋਈ ਆਪਣਾ ਨਵਾਂ ਰੂਮ ਰੈਂਟ ਤੇ ਲੱਭ ਲੂਗੀ। ਆਂਦੇ ਓਕੇ। ਤੇ ਆਂਦੇ ਤੇਰਾ ਕੀ ਸੀਨ ਆ? ਉਹਨਾਂ ਮੈਨੂੰ ਪੁੱਛਿਆ ਵੀ, ਮੈਂ ਕਿਹਾ ਮੈਂ ਛੱਡਣ ਜਾ ਰਿਹਾ, ਛੱਡ ਕੇ ਮੈਂ ਵਾਪਿਸ ਆ ਜਾਣਾ ਸੇਮ ਡੇ। ਤੇ ਫਿਰ ਉਹਨਾਂ ਕਿਹਾ ਵੀ ਓਕੇ ਯੂ ਆਰ ਗੋਇੰਗ ਟੂ ਡਰॉप। ਪਰ ਫਿਰ ਉਹਨਾਂ ਪੁੱਛਿਆ ਵੀ ਹਾਂ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ। ਮੈਂ ਕਿਹਾ ਵੀ ਹਾਂ ਨਹੀਂ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ, ਕਾਰ ਨਹੀਂ ਹੈਗੀ, ਡੈਟਸ ਵਾਈ ਆਮ ਗੋਇੰਗ ਟੂ ਡਰॉप ਹਰ। ਸੋ ਇਹੀ ਉੱਥੇ ਕੁਐਸਚਨਿੰਗ ਹੋਈ। ਉਸ ਤੋਂ ਬਾਅਦ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਸੈਲਫ ਆਈਸੋਲੇਸ਼ਨ ਕਰਨੀ ਆ। ਫਿਰ ਮੈਨੂੰ ਕਿਹਾ ਵੀ ਤੂੰ ਸੇਮ ਡੇ ਵਾਪਿਸ ਆ ਜਾਣਾ, ਕਿਤੇ ਵੀ ਪਬਲਿਕ ਪਲੇਸ ਨਹੀਂ ਜਾਣਾ, ਸਿਰਫ ਰੁਕਣਾ ਵਾ ਤੇ ਆਪਣਾ ਗੱਡੀ 'ਚ ਗੈਸ ਭਰਾਉਣ ਲਈ ਰੁਕਣਾ ਵਾ, ਜਾਂ ਫਿਰ ਜੇ ਫੂਡ ਵੀ ਚੱਕਣਾ ਵਾ ਡਰਾਈਵ ਥਰੂ ਚੱਕਣਾ ਵਾ, ਜੇ ਟਾਇਲਟ ਯੂਜ਼ ਕਰਨ ਜਾਣਾ ਵਾ ਗੈਸ ਸਟੇਸ਼ਨ ਤੇ ਮਾਸਕ ਪਾ ਕੇ ਜਾਣਾ ਵਾ, ਤੇ ਫਾਲਤੂ ਕਿਤੇ ਵੀ ਨਹੀਂ ਘੁੰਮਣਾ। ਤੇ ਕਿਉਂਕਿ ਉਹ ਮੈਂ ਪਹਿਲਾਂ ਵੀ ਦੱਸਿਆ ਵਾ ਵੀ ਜੇ ਆਪਾਂ ਕਿਤੇ ਫਾਲਤੂ ਘੁੰਮਦੇ ਫੜੇ ਜਾਂਦੇ ਆ ਵੀ ਆਪਾਂ ਜਸਟ 1-2 ਦਿਨ ਪਹਿਲਾਂ ਆਏ ਆ ਜਾਂ ਥੋੜੇ ਚਿਰ ਪਹਿਲਾਂ ਆਏ, ਆਪਾਂ ਬਾਹਰ ਫਾਲਤੂ ਘੁੰਮ ਰਹੇ ਆ ਤੇ $1.5 ਲੱਖ ਦਾ ਫਾਈਨ ਆ। ਬਸ ਇਹੀ ਮੇਨ ਗੱਲਾਂ ਨੇ ਉੱਥੇ ਬਾਰਡਰ ਤੇ ਪੁੱਛਦੇ ਆ। ਬਾਕੀ ਜਿੰਨੇ ਵੀ ਜਾਣਾ ਆਪਣਾ ਧਿਆਨ ਨਾਲ ਜਾਓ ਵੀ ਵਿੱਚੋਂ ਜੇ ਜਦੋਂ ਆਪਾਂ ਕਿਊਬੈਕ ਦੇ ਲਾਸਟਲੇ 4-5 ਸ਼ਹਿਰ ਆ, ਜਦੋਂ ਕਿਊਬੈਕ ਸਿਟੀ ਲੰਘ ਕੇ ਇੱਕ ਲੈਵਿਸ ਆਉਂਦਾ ਵਾ ਸ਼ਹਿਰ, ਫਿਰ ਅੱਗੇ ਇੱਕ ਦਿਲਗਲੀਜ਼ ਸ਼ਹਿਰ ਆਉਂਦਾ ਵਾ, ਉੱਥੇ ਮਤਲਬ ਕੰਸਟਰਕਸ਼ਨ ਚੱਲ ਰਹੀ ਆ, ਕਾਫੀ ਸੜਕ ਖਰਾਬ ਆ ਵਿੱਚੋਂ ਜੇ ਤੇ ਬਿਲਕੁਲ ਛੋਟੀ ਜਿਹੀ ਸੜਕ ਹੋ ਜਾਂਦੀ ਆ। ਮੈਨੂੰ ਤਾਂ ਉੱਥੇ ਐਂ ਫੀਲ ਆਈ ਜਦੋਂ ਨਹੀਂ ਆਪਾਂ ਆਪਣੇ ਅਨੰਦਪੁਰ ਸਾਹਿਬ ਨੂੰ ਜਾਈਦਾ ਵਾ ਤੇ ਰਸਤੇ 'ਚ ਗੜ ਸ਼ੰਕਰ ਲੱਗ ਗਏ, ਇੱਕ ਟੁੱਟਾ ਜਿਹਾ ਰਸਤਾ ਆਉਂਦਾ ਵਾ 4-5 ਕਿਲੋਮੀਟਰ ਦਾ ਵੀ ਰਸਤਾ ਕਾਫੀ ਟੁੱਟਾ ਪਿਆ ਉੱਥੇ। ਮੈਨੂੰ ਵਿੱਚ ਜੋ ਫੀਲ ਆਈ ਵੀ ਆਸੇ ਪਾਸੇ ਪਹਾੜੀਆਂ ਵਾ ਤੇ ਵਿੱਚ ਰਸਤਾ ਟੁੱਟਾ ਪਿਆ, ਵੀ ਮੈਨੂੰ ਲੱਗਾ ਵੀ ਜਿਵੇਂ ਮੈਂ ਅਨੰਦਪੁਰ ਸਾਹਿਬ ਜਾਣ ਦਿਆ ਨਵਾਂ ਗੜ ਸ਼ੰਕਰ ਥਾਣੀ ਲੰਘ ਕੇ। ਸੋ ਦੈਟਸ ਇਟ। ਇਹੀ ਆ ਹੁਣ ਬਸ ਮੈਂ ਗੱਡੀ ਵਾਪਸ ਕਰਕੇ, ਮੇਰੀ ਗੱਡੀ ਉੱਥੇ ਲੱਗੀ ਹੋਈ ਆ, ਆਪਾਂ ਉਹ ਲੈ ਕੇ ਤੇ ਫਿਰ ਆਪਾਂ ਘਰੇ ਆ ਜਾਣਾ ਵਾ। ਫਿਰ ਬਸ ਆਪਣੀ ਬਾਕੀ ਜਿਹੜੀ ਡੇਲੀ ਰੂਟੀਨ ਹੋਊਗੀ ਆਪਾਂ ਉਹ ਕਰਾਂਗੇ। ਬਸ ਇਹ ਵਲੌਗ 'ਚ ਇੰਨਾ ਹੀ। ਬਾਕੀ ਉਮੀਦ ਆ ਵੀ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ, ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਆਪਣੀ ਵਲੌਗਿੰਗ ਕੰਟੀਨਿਊ ਰੱਖਾਂ, ਤੇ ਹੋਰ ਵੀ ਮੈਂ ਜੇ ਕੁਝ ਕਰਦਾ ਵਾਂ ਜਾਂ ਕਿਤੇ ਜਾਂਦਾ ਵਾਂ ਜਾਂ ਹੋਰ ਵੀ ਜੋ ਮੈਨੂੰ ਲੱਗੂਗਾ ਵੀ ਇਹ ਇਨਫੋਰਮੇਸ਼ਨ ਮੇਰੇ ਸਾਰੇ ਭੈਣ ਭਰਾਵਾਂ ਲਈ, ਸਟੂਡੈਂਟ ਹੋ ਗਏ, ਵਰਕ ਪਰਮਿਟ ਵਾਲੇ ਹੋ ਗਏ, ਜਿਹੜੇ ਮੇਰੇ ਭੈਣ ਭਰਾ ਵਾ, ਸਾਰਿਆਂ ਲਈ ਵੀ ਲਾਈਵ ਆਨ ਇਨਫੋਰਮੇਸ਼ਨ ਲੈ ਕੇ ਆਵਾਂ ਮੈਂ, ਸਾਰਿਆਂ ਲਈ ਬੈਨੀਫੀਸ਼ੀਅਲ ਹੋਵੇ। ਬਸ ਇਹੀ ਕਹਿ ਕੇ ਮੈਨੂੰ ਦਿਓ ਇਜਾਜ਼ਤ। ਮਿਲਦੇ ਆਪਾਂ ਅਗਲੇ ਵਲੌਗ 'ਚ। ਉਮੀਦ ਆ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ। ਜੇ ਵਲੌਗ ਪਸੰਦ ਆਇਆ
ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ। ਜਿਹੜੀ ਵੀ ਕਮੀ ਪੇਸ਼ੀ ਹੋਈ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਮੈਂ ਅੱਗੇ ਤੋਂ ਉਹ ਕਮੀ ਪੇਸ਼ੀ ਸੁਧਾਰ ਸਕਾਂ ਤੇ ਤੁਹਾਡੇ ਅੱਗੇ ਹੋਰ ਨਵੇਂ ਵਲੌਗ ਇਨਫੋਰਮੇਟਿਵ ਵੀਡੀਓ ਲੈ ਕੇ ਆਵਾਂ ਵੀ ਪਰਮਾਤਮਾ ਮੈਨੂੰ ਸੁਬੁੱਧੀ ਬਖਸ਼ੇ। ਦੈਟਸ ਇਟ। ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਚੈਨਲ ਨਵਾਂ ਹੀ ਆ, 0 ਸਬਸਕ੍ਰਾਈਬਰ ਆ, ਸਬਸਕ੍ਰਾਈਬ ਵੀ ਕਰ ਦਿਓ ਮੇਰੇ ਵੀਰ ਭਰਾ ਭੈਣਾਂ ਵੀ। ਚਲੋ ਜੀ, ਅੱਗੇ ਹੋਰ ਵਲੌਗਾਂ 'ਚ ਮਿਲਦੇ ਆ। ਬਾਏ ਬਾਏ।